ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਰੂਸ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ। ਸੁਡਾਨ ਵਿੱਚ ਹਿੰਸਾ ਦੌਰਾਨ ਅਮਰੀਕੀ ਦੂਤਘਰ ਨੂੰ ਕਰਵਾਇਆ ਗਿਆ ਖਾਲੀ। ਰਾਸ਼ਟਰਪਤੀ ਜੋ ਬਾਈਡਨ ਨੇ ਦਿੱਤੀ ਜਾਣਕਾਰੀ। ਮਹੀਨਾ ਪਹਿਲਾਂ ਕੈਨੇਡਾ ਪੁੱਜੇ ਪੰਜਾਬੀ ਦੀ ਮੌਤ। ਹਵਾ 'ਚ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ। ਬੰਗਿੰਗਮ ਪੈਲੇਸ ਦਾ ਫੈਸਲਾ। ਕੋਹੀਨੂਰ ਦੇ ਨਾਲ ਜੁੜੀ ਕਹਾਣੀ ਤਾਜ਼ਪੋਸ਼ੀ ਸਮਾਗਮ 'ਚ ਨਹੀਂ ਹੋਏਗੀ ਹਿੱਸਾ। ਅਮਰੀਕਾ 'ਚ BAPS ਸੰਸਥਾ ਦੇ ਵੱਲੋਂ ਪਤੰਗਬਾਜ਼ੀ ਸਮਾਗਮ ਕਰਵਾਇਆ ਗਿਆ। ਅਮਰੀਕਾ 'ਚ ਨਸ਼ੇ 'ਚ ਟੱਲੀ ਯਾਤਰੀ ਦਾ ਫਲਾਈਟ 'ਚ ਹੰਗਾਮਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਲਈ ਉਸਨੇ ਰੂਸੀਆਂ ਦੇ ਵਿਰੁੱਧ ਸਰੀਰਕ ਹਿੰਸਾ ਸਮੇਤ ਵਿਤਕਰੇ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਹੈ। ਗੌਰਤਲਬ ਹੈ ਕਿ ਕੈਨੇਡਾ ਮਾਸਕੋ ਦੀਆਂ ਫੌਜਾਂ ਖਿਲਾਫ ਜੰਗ ਵਿੱਚ ਯੂਕਰੇਨ ਦਾ ਸਭ ਤੋਂ ਵੱਧ ਸਮਰਥਕ ਹੈ ਤੇ ਉਸਨੇ ਸੈਂਕੜੇ ਰੂਸੀ ਅਧਿਕਾਰੀਆਂ ਤੇ ਕੰਪਨੀਆਂ ਤੇ ਪਾਬੰਦੀਆਂ ਦੇ ਨਾਲ-ਨਾਲ ਵਿਆਪਕ ਪੱਧਰ ਤੇ ਵਪਾਰਕ ਪਾਬੰਦੀਆਂ ਲਗਾਈਆਂ ਨੇ। ਰੂਸੀ ਵਿਦੇਸ਼ ਮੰਤਰਾਲਾ ਨੇ ਇੱਕ ਐਡਵਾਈਜ਼ਰੀ ਦੇ ਵਿੱਚ ਕਿਹਾ ਕਿ ਜੇ ਤੁਸੀਂ ਪਹਿਲਾਂ ਹੀ ਕੈਨੇਡਾ ਵਿੱਚ ਹੋ ਤਾਂ ਅਸੀਂ ਤੁਹਾਨੂੰ ਖਾਸ ਤੌਰ ਤੇ ਜਨਤਕ ਥਾਵਾਂ ਤੇ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ। 20 ਅਪ੍ਰੈਲ ਦੀ ਐਡਵਾਈਜ਼ਰੀ ਮੰਤਰਾਲਾ ਦੇ ਮੁੱਖ ਟੈਲੀਗ੍ਰਾਮ ਚੈਨਲ ਤੇ ਪੋਸਟ ਕੀਤੀ ਗਈ ਸੀ। ਕੈਨੇਡੀਅਨ ਵਿਦੇਸ਼ ਮੰਤਰਾਲਾ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ। ਪਿਛਲੇ ਸਾਲ ਰੂਸ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਕੈਨੇਡਾ ਨੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਰੂਸ ਨੇ ਪਿਛਲੇ ਹਫ਼ਤੇ 333 ਕੈਨੇਡੀਅਨ ਅਧਿਕਾਰੀਆਂ ਅਤੇ ਪ੍ਰਮੁੱਖ ਓਲੰਪੀਅਨ ਸਮੇਤ ਜਨਤਕ ਸ਼ਖਸੀਅਤਾਂ ਤੇ ਪਾਬੰਦੀਆਂ ਲਗਾਈਆਂ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਅਮਰੀਕੀ ਫੌਜ ਨੇ ਸੁਡਾਨ ਦੇ ਵਿੱਚ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਕੱਢਣ ਦਾ ਕੰਮ ਪੂਰਾ ਕਰ ਲਿਆ ਹੈ। ਦਰਅਸਲ ਅਫਰੀਕੀ ਦੇਸ਼ ਵਿੱਚ ਦੋ ਵਿਰੋਧੀ ਨੇਤਾ ਸੱਤਾ ਲਈ ਲੜ ਰਹੇ ਨੇ, ਜਿਸ ਕਾਰਨ ਉੱਥੇ ਹਿੰਸਾ ਭੜਕੀ ਹੋਈ ਹੈ। ਬਾਈਡਨ ਨੇ ਅਮਰੀਕੀ ਸੈਨਿਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੁਡਾਨ ਦੇ ਵਿੱਚ ਅਮਰੀਕੀ ਕਰਮਚਾਰੀਆਂ ਨੂੰ ਕੱਢਣ ਦਾ ਮਿਸ਼ਨ ਪੂਰਾ ਕੀਤਾ। ਫਿਲਹਾਲ ਵਾਸ਼ਿੰਗਟਨ ਨੇ ਖਾਰਟੂਮ ਵਿੱਚ ਅਮਰੀਕੀ ਮਿਸ਼ਨ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਮਿਸ਼ਨ ਦੇ ਵਿੱਚ ਸ਼ਾਮਲ 2 ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਸਟਾਫ ਨੂੰ ਇਥੋਪੀਆ 'ਚ ਕਿਸੇ ਅਣਦੱਸੀ ਥਾਂ ਤੇ ਭੇਜ ਦਿੱਤਾ ਗਿਆ ਹੈ ਅਤੇ ਦੂਤਾਵਾਸ ਨੂੰ ਬੰਦ ਕਰ ਦਿੱਤਾ ਗਿਆ ਹੈ। ਬਾਈਡਨ ਨੇ ਕਿਹਾ, ਮੈਨੂੰ ਸਾਡੇ ਦੂਤਘਰਾਂ ਦੇ ਸਟਾਫ ਦੀ ਵਚਨਬੱਧਤਾ ਤੇ ਮਾਣ ਹੈ ਜਿਨ੍ਹਾਂ ਨੇ ਦਲੇਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਅਤੇ ਸੁਡਾਨ ਦੇ ਲੋਕਾਂ ਨਾਲ ਅਮਰੀਕਾ ਦੀ ਦੋਸਤੀ ਅਤੇ ਸ਼ਮੂਲੀਅਤ ਨੂੰ ਪੂਰਾ ਕੀਤਾ। ਮੈਂ ਸਾਡੇ ਸੇਵਾ ਮੈਂਬਰਾਂ ਦੇ ਬੇਮਿਸਾਲ ਹੁਨਰ ਦੇ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਸਫਲਤਾਪੂਰਵਕ ਲਿਆਇਆ। ਸੁਰੱਖਿਆ ਲਈ ਬਾਈਡਨ ਨੇ ਮਿਸ਼ਨ ਵਿੱਚ ਮਦਦ ਲਈ ਮਜ਼ਬੂਤੀ ਇਥੋਪੀਆ ਅਤੇ ਸਾਊਦੀ ਅਰਬ ਦਾ ਧੰਨਵਾਦ ਕੀਤਾ। ਬਾਈਡਨ ਨੇ ਸ਼ਨੀਵਾਰ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਤੋਂ ਸਿਫਾਰਿਸ਼ ਪ੍ਰਾਪਤ ਕਰਨ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਦੂਤਘਰ ਦੇ ਕਰਮਚਾਰੀਆਂ ਨੂੰ ਕੱਢਣ ਦਾ ਆਦੇਸ਼ ਦਿੱਤਾ। ਬਾਈਡਨ ਨੇ ਕਿਹਾ, ਸੁਡਾਨ ਦੇ ਵਿੱਚ ਇਹ ਦੁਖਦਾਈ ਹਿੰਸਾ ਪਹਿਲਾਂ ਹੀ ਸੈਂਕੜੇ ਨਿਰਦੋਸ਼ ਨਾਗਰਿਕਾਂ ਦੀ ਜਾਨ ਲੈ ਚੁੱਕੀ ਹੈ। ਸਟੇਟ ਡਿਪਾਰਟਮੈਂਟ ਨੇ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਦੂਤਵਾਸ 'ਚ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਦੂਤਵਾਸ ਦਾ ਕੰਮ ਕਦੋਂ ਤੱਕ ਮੁੜ ਸ਼ੁਰੂ ਹੋਏਗਾ। ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਇੱਕ ਬਿਆਨ 'ਚ ਕਿਹਾ, ਵਿਆਪਕ ਲੜਾਈ ਦੇ ਨਤੀਜੇ ਵਜੋਂ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਮੌਤ ਹੋਈ ਹੈ ਤੇ ਕਈ ਹੋਰ ਜ਼ਖਮੀ ਹੋਏ ਨੇ। 15 ਅਪ੍ਰੈਲ ਨੂੰ 2 ਧੜਿਆਂ ਵਿਚਕਾਰ ਲੜਾਈ ਸ਼ੁਰੂ ਹੋ ਗਈ ਸੀ ਜਿਨ੍ਹਾਂ ਦੇ ਆਗੂ ਦੇਸ਼ ਦੇ ਕੰਟਰੋਲ ਦੇ ਲਈ ਲੜ ਰਹੇ ਸਨ। ਹਿੰਸਾ ਦੇ ਵਿੱਚ ਇੱਕ ਅਮਰੀਕੀ ਕੂਟਨੀਤਿਕ ਕਾਫਲੇ ਤੇ ਹਮਲੇ ਅਤੇ ਕਈ ਹੋਰ ਘਟਨਾਵਾਂ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦੇਸ਼ੀ ਡਿਪਲੋਮੈਟ ਅਤੇ ਸਹਾਇਤਾ ਕਰਮਚਾਰੀ ਮਾਰੇ ਗਏ ਅਤੇ ਜ਼ਖਮੀ ਹੋਏ। ਵਾਈਟ ਹਾਊਸ ਨੇ ਕਿਹਾ ਕਿ ਉਸਦੇ ਸੁਡਾਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਦੀ ਕੋਈ ਯੋਜਨਾ ਨਹੀਂ ਹੈ। ਅੰਦਾਜ਼ਨ 16,000 ਨਿੱਜੀ ਅਮਰੀਕੀ ਨਾਗਰਿਕ ਸੁਡਾਨ 'ਚ ਦੂਤਵਾਸ ਵਿੱਚ ਰਜਿਸਟਰਡ ਨੇ। ਦੂਤਵਾਸ ਨੇ ਸ਼ਨੀਵਾਰ ਨੂੰ ਇੱਕ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ, ਖਾਰਤੂਮ ਦੇ ਵਿੱਚ ਅਨਿਸ਼ਚਿਤ ਸੁਰੱਖਿਆ ਸਥਿਤੀ ਅਤੇ ਹਵਾਈ ਅੱਡੇ ਦੇ ਬੰਦ ਹੋਣ ਦੇ ਕਾਰਨ ਇਸ ਸਮੇਂ ਨਿੱਜੀ ਅਮਰੀਕੀ ਨਾਗਰਿਕਾਂ ਦੀ ਅਮਰੀਕੀ ਸਰਕਾਰ ਦੁਆਰਾ ਤਾਲਮੇਲ ਦੇ ਨਾਲ ਨਿਕਾਸੀ ਕਰਨਾ ਸੁਰੱਖਿਅਤ ਨਹੀਂ ਹੈ। ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਖਬਰ ਓਨਟਾਰੀਓ ਤੋਂ ਸਾਹਮਣੇ ਆਈ ਜਿੱਥੇ ਵਰਕ ਪਰਮਿਟ ਤੇ 1 ਮਹੀਨਾ ਪਹਿਲਾਂ ਕੈਨੇਡਾ ਪੁੱਜੇ ਤਜਿੰਦਰ ਸਿੰਘ ਦੀ ਮੌਤ ਹੋ ਗਈ। ਉਹ ਆਪਣੀ ਪਤਨੀ ਦੇ ਨਾਲ ਸਪਾਊਸ ਵੀਜ਼ਾ ਤੇ ਕੈਨੇਡਾ ਗਿਆ ਸੀ।
ਅਮਰੀਕਾ ਜੋਈਓ ਦੇ ਇੱਕ ਹਵਾਈ ਅੱਡੇ ਤੋਂ ਐਤਵਾਰ ਨੂੰ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਇੱਕ ਜਹਾਜ਼ ਦੇ ਨਾਲ ਪੰਛੀ ਦੇ ਟਕਰਾਉਣ ਕਾਰਨ ਉਸ ਦੇ ਇੰਜਣ ਦੇ ਵਿੱਚ ਅੱਗ ਲੱਗ ਗਈ, ਜਿਸ ਮਗਰੋਂ ਜਹਾਜ਼ ਸੁਰੱਖਿਅਤ ਵਾਪਸ ਜ਼ਮੀਨ ਤੇ ਪਰਤ ਆਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ 에ਅਰਲਾਈਨਸ ਦੇ ਜਹਾਜ਼ ਸੰਖਿਆ 1958 ਨੇ ਕੋਲੰਬਸ ਦੇ ਜੋਹਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ ਕਰੀਬ 7:45 ਵਜੇ ਉਡਾਣ ਭਰੀ ਸੀ ਅਤੇ ਉਹ ਫੀਨਿਕਸ ਵੱਲ ਜਾ ਰਿਹਾ ਸੀ। ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਉਸ ਦੇ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਅਤੇ ਬੋਇੰਗ 737 ਹਵਾਈ ਅੱਡੇ ਤੇ ਪਰਤ ਆਇਆ, ਜਿੱਥੇ ਫਾਇਰ ਫਾਈਟਰਾਂ ਨੇ ਅੱਗ ਨੂੰ ਬੁਝਾਇਆ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਦੇ ਵਿੱਚ ਕਿੰਨੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਬਾਜ਼ੀ ਕੰਪਨੀ ਦੇ ਮੁਤਾਬਕ ਜਹਾਜ਼ ਦੀ ਮੁਰੰਮਤ ਕੀਤੀ ਜਾਏਗੀ ਅਤੇ ਫਿਲਹਾਲ ਉਸ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਨੇ। ਯਾਤਰੀਆਂ ਨੂੰ ਦੂਜੇ ਜਹਾਜ਼ਾਂ ਵਿੱਚ ਲਿਜਾਇਆ ਜਾ ਰਿਹਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੇਵਾਵਾਂ ਆਮ ਨੇ ਅਤੇ ਅੱਗ ਲੱਗਣ ਕਾਰਨ ਕੁਝ ਜਹਾਜ਼ਾਂ ਦੇ ਸੰਚਾਲਨ ਵਿੱਚ ਮਾਮੂਲੀ ਦੇਰੀ ਹੋਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰੇਗਾ। ਬੰਗਿੰਗਮ ਪੈਲੇਸ ਨੇ ਭਾਰਤ ਦੁਆਰਾ ਦਾਅਵਾ ਕੀਤੇ ਵਸਤੀਵਾਦੀ ਯੁੱਗ ਦੇ ਕੋਹੀਨੂਰ ਹੀਰੇ ਬਾਰੇ ਵਿਵਾਦ ਤੋਂ ਸੁਚੇਤ ਹੁੰਦਿਆਂ ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਰੋਹ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ। ਦ ਡੇਲੀ ਟੈਲੀਗ੍ਰਾਫ ਅਖਬਾਰ ਦੀ ਐਸੋਸੀਏਟ ਐਡੀਟਰ ਕੈਮਿਲਾ ਨੇ ਪੀਟੀਆਈ ਭਾਸ਼ਾ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਉਸਨੇ ਰਵਾਇਤੀ ਤਾਜ ਦੇ ਵਿੱਚ ਕੋਹੀਨੂਰ ਹੀਰੇ ਦੀ ਵਰਤੋਂ ਨਾ ਕਰਨ ਦੇ ਕੈਮਿਲਾ ਦੇ ਫੈਸਲੇ ਤੇ ਨੋਟਿਸ ਲਿਆ। ਮਹਾਰਾਣੀ ਕੈਮਿਲਾ ਨੇ 6 ਮਈ ਦੇ ਤਾਜਪੋਸ਼ੀ ਸਮਾਰੋਹ ਲਈ ਬੰਗਿੰਗਮ ਪੈਲੇਸ ਦੁਆਰਾ ਕੱਢੇ ਗਏ ਸ਼ਾਹੀ ਗਹਿਣਿਆਂ ਵਜੋਂ ਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ। ਟੌਮਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬੰਗਿੰਗਮ ਪੈਲੇਸ ਸ਼ਾਇਦ ਕੋਹੀਨੂਰ ਦੇ ਵਿਵਾਦਾਂ 'ਚ ਹੋਣ ਬਾਰੇ ਸੁਚੇਤ ਸੀ ਅਤੇ ਇਸ ਲਈ ਉਸਨੇ ਹੀਰੇ ਦੀ ਉਤਪਤੀ ਦੀ ਕਹਾਣੀ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਪੈਲੇਸ ਨੇ ਕਿਹਾ ਕਿ ਮਹਾਰਾਣੀ ਮੈਰੀ ਦੇ ਤਾਜ ਵਿੱਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਨੇ, ਜਿਵੇਂ ਕਿ ਕਲਿਨਨ 3, 4 ਅਤੇ 5 ਹੀਰੇ ਨੂੰ ਸ਼ਾਮਲ ਕਰਨਾ, ਜੋ ਕੋਈ ਸਾਲਾਂ ਤੋਂ ਮਹਾਰਾਣੀ ਐਲਿਜ਼ਾਬੈਥ II ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਰਹੇ ਨੇ। ਇਹ ਡਿਜ਼ਾਈਨ ਮਹਾਰਾਣੀ ਅਲੈਗਜ਼ੈਂਡਰਾ ਦੇ 1902 ਦੇ ਤਾਜ ਤੋਂ ਪ੍ਰੇਰਿਤ ਹੈ, ਜੋ ਅਸਲ ਵਿੱਚ ਕੋਹੀਨੂਰ ਦੇ ਨਾਲ ਜੁੜਿਆ ਹੋਇਆ ਸੀ, ਜੋ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮਾਂ ਮਹਾਰਾਣੀ ਐਲਿਜ਼ਾਬੈਥ II ਦੇ 1937 ਤੋਂ ਤਾਜ ਵਿੱਚ ਹੈ। ਪਿਛਲੇ ਮਹੀਨੇ ਹਿਸਟੋਰਿਕ ਰਾਇਲ ਪੈਲੇਸ, ਜੋ ਕਿ ਯੂਕੇ ਦੇ ਮਹਿਲ ਦਾ ਪ੍ਰਬੰਧਨ ਕਰਦੀ ਹੈ, ਨੇ ਕਿਹਾ ਕਿ ਕੋਹੀਨੂਰ ਹੀਰੇ ਨੂੰ ਮਈ ਵਿੱਚ ਟਾਵਰ ਆਫ ਲੰਡਨ ਵਿਖੇ ਇੱਕ ਜਨਤਕ ਪ੍ਰਦਰਸ਼ਨੀ ਦੇ ਵਿੱਚ ਜਿੱਤ ਦੇ ਪ੍ਰਤੀਕ ਵਜੋਂ ਪ੍ਰਦਰਸ਼ਿਤ ਕੀਤਾ ਜਾਏਗਾ। ਪ੍ਰਦਰਸ਼ਨੀ ਦੇ ਵਿੱਚ ਕੋਹੀਨੂਰ ਦੇ ਇਤਿਹਾਸ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਏਗਾ। HRP ਨੇ ਨਵੀਂ ਪ੍ਰਸਤਾਵਿਤ ਪ੍ਰਦਰਸ਼ਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ ਜੁੜੇ ਕੋਹੀਨੂਰ ਦੇ ਇਤਿਹਾਸ ਨੂੰ ਜਿੱਤ ਦੇ ਤੌਰ ਤੇ ਬਿਆਨ ਕੀਤਾ ਜਾਏਗਾ। ਇਸ ਵਿੱਚ ਉਹ ਇਤਿਹਾਸ ਵੀ ਸ਼ਾਮਲ ਹੈ ਜਦੋਂ ਇਹ ਹੀਰਾ ਮੁਗਲ ਸਮਰਾਜ, ਈਰਾਨ ਦੇ ਸ਼ਾਹਾਂ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਰਾਜਿਆਂ ਦੇ ਕੋਲ ਹੁੰਦਾ ਸੀ। ਫਾਰਸੀ ਭਾਸ਼ਾ ਵਿੱਚ ਕੋਹੀਨੂਰ ਦਾ ਅਰਥ ਹੈ ਰੌਸ਼ਨੀ ਦਾ ਪਹਾੜ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਦੇ ਭਾਰਤ ਦੀ ਮਹਾਰਾਣੀ ਬਣਨ ਤੋਂ ਕੁਝ ਸਾਲ ਪਹਿਲਾਂ ਇਹ ਉਸਦੇ ਕਬਜ਼ੇ ਵਿੱਚ ਚਲਾ ਗਿਆ। ਇਹ ਹੀਰਾ ਅਤੀਤ ਦੇ ਵਿੱਚ ਬ੍ਰਿਟੇਨ ਵਿੱਚ ਤਾਜਪੋਸ਼ੀ ਦੇ ਲਈ ਖਿੱਚ ਦਾ ਕੇਂਦਰ ਰਿਹਾ ਹੈ। HRP ਦੇ ਮੁਲਾਂਕਣ ਦੇ ਅਨੁਸਾਰ ਹੀਰਾ ਸ਼ਾਇਦ ਦੱਖਣੀ ਭਾਰਤ ਦੇ ਵਿੱਚ ਗੋਲਾਕੁੰਡਾ ਖਾਨ ਵਿੱਚੋਂ ਕੱਢਿਆ ਗਿਆ ਸੀ ਅਤੇ ਇਸ ਦਾ ਭਾਰ 105.6 ਕੈਰਟ ਹੈ। ਸੈਕਰਾਮੈਂਟੋ ਕਾਉਂਟੀ ਦੇ ਮੇਥਰ ਸ਼ਹਿਰ ਵਿੱਚ ਸਥਿਤ BAPS ਸੰਸਥਾ ਦੇ ਵੱਲੋਂ ਹਰ ਇੱਕ ਦਿਨ ਤਿਉਹਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਪਤੰਗਬਾਜ਼ੀ ਦਾ ਤਿਉਹਾਰ ਇੱਥੇ ਵਿਸ਼ੇਸ਼ ਤੌਰ ਤੇ ਮਨਾਇਆ ਗਿਆ, ਜਿਸ ਦੌਰਾਨ ਭਾਰੀ ਗਿਣਤੀ ਦੇ ਵਿੱਚ ਵੱਖ-ਵੱਖ ਫਿਰਕੇ ਦੇ ਲੋਕ ਇੱਥੇ ਪਹੁੰਚੇ ਅਤੇ ਉਹਨਾਂ ਨੇ ਪਤੰਗਬਾਜ਼ੀ ਦਾ ਆਨੰਦ ਲਿਆ। BAPS ਸੰਸਥਾ ਦੇ ਵੱਲੋਂ ਪਤੰਗਬਾਜ਼ੀ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਵਿੱਚ ਹਿੱਸਾ ਲੈਣ ਦੇ ਲਈ ਪਤੰਗ ਅਤੇ ਡੋਰ ਵੀ ਮੌਕੇ ਤੇ ਉਪਲਬਧ ਸੀ। ਇਸ ਪਤੰਗਬਾਜ਼ੀ ਸਮਾਗਮ ਦੇ ਵਿੱਚ ਵੱਖ-ਵੱਖ ਵਰਗ ਅਤੇ ਉਮਰ ਦੇ ਲੋਕਾਂ ਨੇ ਸ਼ਿਰਕਤ ਕੀਤੀ। ਖਾਸ ਤੌਰ ਤੇ ਬੱਚਿਆਂ ਨੇ ਇਸ ਵਿੱਚ ਬੜਾ ਉਤਸ਼ਾਹ ਦਿਖਾਇਆ। ਆਸਮਾਨ ਰੰਗ-ਬਿਰੰਗੇ ਪਤੰਗਾਂ ਦੇ ਨਾਲ ਭਰਿਆ ਹੋਇਆ ਸੀ। BAPS ਸੰਸਥਾ ਦਾ ਇਹ ਉਪਰਾਲਾ ਹੁੰਦਾ ਹੈ ਕਿ ਹਰ ਵਰਗ ਦੇ ਲੋਕ ਇੱਕ ਸਥਾਨ ਤੇ ਇਕੱਠੇ ਹੋਣ ਤਾਂ ਕਿ ਸਮਾਜ ਦੇ ਵਿੱਚ ਸ਼ਾਂਤੀ ਅਤੇ ਪਿਆਰ ਦੀ ਸਦਭਾਵਨਾ ਨੂੰ ਕਾਇਮ ਰੱਖਿਆ ਜਾ ਸਕੇ। ਇਸ ਦੌਰਾਨ BAPS ਸੈਕਰਾਮੈਂਟੋ ਦੇ ਸੰਸਥਾਪਕ ਸਾਧੂ ਹਰੀ ਨਿਵਾਸ ਦਾਸ, ਸਾਧੂ ਬਿਨਵਰਾ ਜੀਵਨ ਦਾਸ ਨੇ ਪੰਜਾਬ ਮੇਲ TV ਦੇ ਨਾਲ ਗੱਲਬਾਤ ਕਰਦਿਆਂ BAPS ਦੇ ਮੁੱਢਲੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਸੰਖੇਪ ਇਤਿਹਾਸ ਬਾਰੇ ਵੀ ਦੱਸਿਆ। ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 100 ਸਾਲਾਂ ਤੋਂ ਪਹਿਲਾਂ ਦੀ ਹੋਂਦ ਵਿੱਚ ਆਈ ਹੋਈ ਸੀ ਅਤੇ ਇਸ ਸੰਸਥਾ ਵੱਲੋਂ ਦੁਨੀਆ ਭਰ ਦੇ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ।
नमस्ते, जय स्वामीनारायण। मैं साधु हरिनिवास दास और हमारे साथ विनम्र जीवन स्वामी जी, हम BAPS स्वामीनारायण संस्था सेक्रामेंटो में आज पतंग उत्सव हो रहा है और इस पतंग उत्सव में कई जगह से सब लोग आ रहे हैं। पंजाबी लोग भी आ रहे हैं और साथ साथ गुजरात के लोग भी आ रहे हैं, नॉर्थ इंडियन भी आ रहे हैं और न्यू जर्सी से भी आ रहे हैं। और यहाँ इस पतंग उत्सव के द्वारा हमारे BAPS संस्था के द्वारा फैमिली वैल्यू, बालकों के संस्कार, बच्चों के संस्कार और सभी उनका एजुकेशन के द्वारा उनको मार्गदर्शन दिया जाता है। और यहाँ हमारी BAPS संस्था में हमारे गुरुजी प्रमुख स्वामी जी महाराज और गुरुजी महंत स्वामी जी महाराज, उनकी निश्रा में उनके द्वारा पूरे विश्व में ये BAPS द्वारा हमारे मंदिरों है। जैसे कि हमारा मंदिर दिल्ली में है, नोएडा में अक्षरधाम, वैसे निस्डन में लंदन में है, वैसे ही एक अक्षरधाम यहाँ न्यू जर्सी में बन रहा है, जिसका ओपनिंग इस साल होगा महंत स्वामी जी महाराज के द्वारा। और साथ साथ इस संस्था में 1200 संतों है और 1200 से ज़्यादा मंदिर भी है। और इस मंदिर में सभी बच्चों की एक्टिविटी चलती है, उनके संस्कार, संस्कृति, फैमिली वैल्यू सब यहाँ सिखाया जाता है। और साथ साथ यहाँ बच्चों की एक्टिविटी के साथ यूथ एक्टिविटी, टीनेजर्स एक्टिविटी और महिला एक्टिविटी सब यहाँ चलता है। और इनके द्वारा परिवार में शांति रहे, पूरे विश्व में शांति रहे, हमारे सिटी में शांति रहे, ऐसी यहाँ भावना है। हमारे गुरुजी प्रमुख साईं महाराज, महंत साईं महाराज की जीवन भावना है कि दूसरों के सुख में हमारा सुख, दूसरों की भलाई में हमारी भलाई, दूसरों की उन्नति में हमारी उन्नति, ऐसी भावना से ये संस्था चलती है। तो इस संस्था में प्रमुख साईं महाराज, महंत साईं महाराज के आशीर्वाद से आज पूरे विश्व में सभी घर में यूनिटी हो, संप हो, ऐसी भावना हम रखते हैं, ऐसी प्रार्थना करते हैं। तो आज ये पतंग उत्सव द्वारा हम यहाँ भगवान के सानिध्य में प्रार्थना करते हैं। भगवान स्वामीनारायण, नीलकंठमणि महाराज और गुरुजी महंत साईं महाराज के चरणों में प्रार्थना करते हैं, पूरे विश्व में शांति रहे, पूरे विश्व के सभी घरों में शांति रहे, सभी मनुष्य के हृदय में शांति रहे, सभी परिवार में सुख शांति रहे। ਫਲਾਈਟ ਦੇ ਦੌਰਾਨ ਫਲਾਈਟ ਅਟੈਂਡੈਂਟ ਜਾਂ ਯਾਤਰੀਆਂ ਦੇ ਨਾਲ ਮਾੜੇ ਵਿਵਹਾਰ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਮਿਨੀਸੋਟਾ ਤੋਂ ਅਲਾਸਕਾ ਜਾ ਰਹੀ ਡੈਲਟਾ 에ਅਰਲਾਈਨਸ ਦੀ ਫਲਾਈਟ 'ਚ ਇੱਕ ਸ਼ਰਾਬੀ ਯਾਤਰੀ ਵੱਲੋਂ ਪੁਰਸ਼ ਸੇਵਾਦਾਰ ਤੇ ਜ਼ਬਰਦਸਤੀ ਕਰਨ ਅਤੇ ਉਸ ਦੀ ਗਰਦਨ ਨੂੰ ਚੁੰਮਣ ਦਾ ਮਾਮਲਾ ਸਾਹਮਣੇ ਆਇਆ। ਰਿਪੋਰਟ ਦੇ ਮੁਤਾਬਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨਾਈਟਿਡ ਸਟੇਟ 에ਅਰਪੋਰਟ ਪੁਲਿਸ ਨੇ यात्री ਨੂੰ गिरफ्तार कर लिया है। शराबी यात्री ने अटेंडेंट ਦੇ ਨਾਲ ਦੁਰਵਿਵਹਾਰ ਕੀਤਾ ਤੇ ਉਸਨੇ ट्रे ਨੂੰ भी तोड़ ਦਿੱਤਾ, ਜਿਸ ਵਿੱਚ ਫਲਾਈਟ ਦੇ ਕੈਪਟਨ ਨੂੰ ਖਾਣਾ ਪਰੋਸਿਆ ਗਿਆ ਸੀ। ਰਿਪੋਰਟ ਦੇ ਮੁਤਾਬਕ ਯਾਤਰੀ ਦੀ ਪਛਾਣ ਡੇਵਿਡ ਐਲਨ ਬਰਕ ਵਜੋਂ ਹੋਈ ਹੈ, ਜਿਸ ਦੀ ਉਮਰ 61 ਸਾਲ ਦੱਸੀ ਗਈ ਹੈ। ਬਰਕ ਬਿਜ਼ਨਸ ਕਲਾਸ ਵਿੱਚ ਸਫ਼ਰ ਕਰ ਰਿਹਾ ਸੀ। ਫਸਟ ਕਲਾਸ ਯਾਤਰੀ ਹੋਣ ਦੇ ਨਾਤੇ ਉਸਨੂੰ ਟੇਕ ਆਫ ਤੋਂ ਪਹਿਲਾਂ ਸ਼ਰਾਬ ਪੀਣ ਦੀ ਆਗਿਆ ਦਿੱਤੀ ਗਈ ਸੀ, ਪਰ ਫਲਾਈਟ ਦੇ ਦੌਰਾਨ ਉਸਨੂੰ ਸ਼ਰਾਬ ਨਹੀਂ ਪਰੋਸੀ ਗਈ, ਜਿਸ ਤੇ ਉਹ ਭੜਕ ਗਿਆ ਅਤੇ ਹੰਗਾਮਾ ਕਰ ਦਿੱਤਾ। ਕੁਝ ਮਿੰਟ ਬਾਅਦ ਬੁਰਕੇ ਟਾਇਲਟ ਜਾਣ ਦੇ ਲਈ ਉੱਠਿਆ ਅਤੇ TC ਦੇ ਨਾਲ ਵਾਲੀ ਗਲੀ 'ਚ ਰੁਕ ਗਿਆ। ਮੇਲ ਫਲਾਈਟ ਅਟੈਂਡੈਂਟ ਨੂੰ ਦੇਖਦੇ ਉਸਨੇ ਕਿਹਾ ਕਿ ਉਹ ਬਹੁਤ ਖੂਬਸੂਰਤ ਲੱਗ ਰਿਹਾ, ਜਿਸ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਨਾ ਦਾ ਜਵਾਬ ਦਿੱਤੇ ਹੋਏ ਧੰਨਵਾਦ ਕੀਤਾ। ਇਹ ਬਰਕ ਨੇ ਉਸਨੂੰ ਗਰਦਨ ਤੋਂ ਫੜਿਆ ਤੇ ਚੁੰਮਿਆ, ਜਿਸ ਤੋਂ ਬਾਅਦ ਫਲਾਈਟ ਅਟੈਂਡੈਂਟ ਅਸਹਿਜ ਮਹਿਸੂਸ ਕਰਨ ਲੱਗਾ। ਇਸ ਨੂੰ ਦੇਖ ਲਈ ਫਲਾਈਟ ਵਿੱਚ ਹੰਗਾਮਾ ਹੋ ਗਿਆ ਅਤੇ ਸੁਰੱਖਿਅਤ ਕਾਰਨਾਂ ਕਰਕੇ ਫਲਾਈਟ 'ਚ ਲੈਵਲ 2 ਦਾ ਖਤਰਾ ਪੈਦਾ ਹੋ ਗਿਆ। ਅਮਰੀਕਾ ਦੇ ਮਿਨੀਸੋਟਾ ਰਾਜ ਦੀ ਸਾਬਕਾ ਪੁਲਿਸ ਅਫਸਰ ਕਿਮ ਪੋਟਰ, ਜਿਸ ਵੱਲੋਂ ਇੱਕ ਟ੍ਰੈਫਿਕ ਸਟਾਫ ਤੇ ਚਲਾਈ ਗੋਲੀ ਨਾਲ ਡॉट ਰਾਈਟ ਨਾਮੀ ਕਾਲੇ ਵਿਅਕਤੀ ਦੀ ਮੌਤ ਹੋ ਗਈ ਸੀ, ਦੀ 16 ਮਹੀਨੇ ਦੀ ਸਜ਼ਾ ਭੁਗਤਣ ਉਪਰੰਤ 24 ਅਪ੍ਰੈਲ ਨੂੰ ਰਿਹਾਈ ਹੋਣ ਦੀ ਖਬਰ ਹੈ। ਕਿਮ ਪੋਟਰ, ਜਿਸ ਨੇ ਦਾਅਵਾ ਕੀਤਾ ਸੀਗਾ ਕਿ ਉਸਨੇ ਗਲਤੀ ਦੇ ਨਾਲ ਗਨ ਨੂੰ ਹੱਥ ਪਾ ਲਿਆ ਸੀ, ਨੂੰ ਜੱਜ ਨੇ ਅਪ੍ਰੈਲ 2021 ਚ ਸਖਤ ਸਜ਼ਾ ਦੇਣ ਦੀ ਥਾਂ 2 ਸਾਲ ਦੀ ਨਰਮ ਸਜ਼ਾ ਸੁਣਾਈ ਸੀ। ਮਿਨੀਸੋਟਾ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਬੁਲਾਰੇ ਐਂਡੀ ਨੇ ਇੱਕ ਬਿਆਨ 'ਚ ਕਿਹਾ ਕਿ ਕਿਮ ਪੋਟਰ ਦੀ ਸੁਰੱਖਿਆ ਦੇ ਮੱਦੇਨਜ਼ਰ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਸਥਿਤੀ ਉੱਪਰ ਨਜ਼ਰ ਰੱਖ ਰਹੇ ਹਨ। ट्विटर ने अहम हस्तियां दे ब्लू टिक बहाल कर दिते ने। जिक्रयोग है कि कुछ दिन पहला कंपनी ने भुगतान न करने वाले खातियां दे ब्लू टिक हटा दिते सी। ट्विटर के मालिक एलन मस्क की माइक्रो ब्लॉगिंग साइट ने इस हफ्ते भुगतान न करने वालियां दे ट्विटर खातियां दे ब्लू टिक हटाने शुरू कर दिते सी, जिन्हां विच कांग्रेस आगू राहुल गांधी,
ਅਦਾਕਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਨਾਮ ਵੀ ਸ਼ਾਮਲ ਨੇ। ਹੁਣ ਕਈ ਖਾਤਿਆਂ ਦੇ ਬਲੂ ਟਿਕ ਵਾਪਸ ਆ ਗਏ ਨੇ। ਸਚਿਨ ਤੰਦੂਲਕਰ ਤੇ ਵਿਰਾਟ ਕੋਹਲੀ ਵਰਗੇ ਸਿਖਰਲੇ ਕ੍ਰਿਕਟਰਸ ਦਾ ਬਲੂ ਟਿਕ ਵਾਪਸ ਆ ਗਿਆ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਹਨਾਂ ਖਾਤੇਦਾਰਾਂ ਨੇ ਰਕਮ ਅਦਾ ਕੀਤੀ ਹੈ ਜਾਂ ਨਹੀਂ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜਿਨ੍ਹਾਂ ਦੇ ਟਵਿੱਟਰ ਹੈਂਡਲ ਦਾ ਬਲੂ ਟਿਕ ਵਾਪਸ ਆ ਗਿਆ ਹੈ, ਨੇ ट्वीट करके कहा कि उन्होंने इसलिए रकम अदा नहीं की है। नोबल पुरस्कार जेतू मलाला ने ब्लू टिक बहाल होने ते हैरानी ते खुशी जताई है। ट्विटर ने ब्लू टिक बहाल करने बारे कोई बयान जारी नहीं किया है, पर मन्निया जा रहा कि कंपनी ने वधेरे प्रशंसकों वाले खातियां दे ब्लू टिक बहाल कर दिते ने। कुछ आलमी हस्तियां जो हुण इस दुनिया च नहीं हैं, चैडविक, कैबो, माइकल जैक्सन आदि दे खातियां दे ब्लू टिक भी वापस आ गए ने। ਸੁਡਾਨ ਵਿੱਚ ਪਿਛਲੇ ਕਈ ਦਿਨਾਂ ਤੋਂ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਿਹਾ ਟਕਰਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੋਹਾਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ 'ਚ ਹੁਣ ਤੱਕ 400 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਇਸ ਦੇ ਨਾਲ ਹੀ 300 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਇਸ ਦੌਰਾਨ ਭਾਰਤ ਸਮੇਤ ਕਈ ਦੇਸ਼ਾਂ ਨੇ ਹਿੰਸਾ ਪ੍ਰਭਾਵਿਤ ਦੇਸ਼ ਤੋਂ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਸਾਊਦੀ ਅਰਬ ਦੀ ਸੁਰੱਖਿਆ 'ਚ ਪਹਿਲੀ ਵਾਰ ਸੁਡਾਨ ਤੋਂ ਕਰੀਬ 91 ਲੋਕ ਸੁਰੱਖਿਅਤ ਬਾਹਰ ਆ ਗਏ ਨੇ, ਜਿਨ੍ਹਾਂ 'ਚ ਕੁਝ ਭਾਰਤੀ ਵੀ ਸ਼ਾਮਲ ਨੇ। ਪੂਰੇ ਸੁਡਾਨ ਵਿੱਚ ਇੰਟਰਨੈਟ ਤੇ ਪਾਬੰਦੀ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਐਤਵਾਰ ਨੂੰ ਬ੍ਰਿਟੇਨ ਦੀਆਂ ਹਥਿਆਰਬੰਦ ਬਲਾਂ ਨੇ ਬ੍ਰਿਟਿਸ਼ ਡਿਪਲੋਮੈਟ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਦੇਸ਼ ਤੋਂ ਬਾਹਰ ਕੱਢਿਆ। ਸਫਲ ਆਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੋਵੇਂ ਧਿਰਾਂ ਨੂੰ ਹਥਿਆਰ ਸੁੱਟਣ ਅਤੇ ਤੁਰੰਤ ਮਨੁੱਖੀ ਜੰਗੀ ਬੰਦੀ ਲਾਗੂ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਰੈਪਿਡ ਸਪੋਰਟ ਫੋਰਸਿਸ ਨੇ ਅਮਰੀਕੀ ਸੈਨਿਕਾਂ ਦੇ ਨਾਲ ਮਿਲ ਕੇ ਵਾਸ਼ਿੰਗਟਨ ਸਥਿਤ ਦੂਤਾਵਾਸ ਨੂੰ ਖਾਲੀ ਕਰਵਾਇਆ। ਸ਼ਨੀਵਾਰ ਨੂੰ ਵੀ ਸੁਡਾਨ ਦੀ ਫੌਜ ਨੇ ਚੀਨ ਅਤੇ ਫਰਾਂਸ ਦੇ ਡਿਪਲੋਮੈਟਾਂ ਨੂੰ ਫੌਜੀ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਕੱਢਣ 'ਚ ਮਦਦ ਕੀਤੀ। ਉਸੇ ਦਿਨ ਸਾਊਦੀ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਭਾਰਤ, ਕੁਵੈਤ, ਪਾਕਿਸਤਾਨ, ਕਤਰ, ਮਿਸਰ, ਸੰਯੁਕਤ ਅਰਬ ਅਮੀਰਾਤ, ਟਿਊਨੀਸ਼ੀਆ, ਬੰਗਲਾਦੇਸ਼, ਬੁਲਗਾਰੀਆ, ਕੈਨੇਡਾ, ਫਿਲੀਪੀਨਜ਼ ਅਤੇ ਬੁਰਕੀਨਾ ਫਾਸੋ ਦੇ ਨਾਗਰਿਕਾਂ ਦੇ ਨਾਲ ਉਸ ਤੇ 91 ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ। ਦੇਸ਼ ਵਿੱਚ ਹਿੰਸਾ, ਤਣਾਅ ਅਤੇ ਅਸੁਰੱਖਿਅਤ ਹਵਾਈ ਅੱਡਿਆਂ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ। ਇਸ ਦੌਰਾਨ ਨੀਮ ਫੌਜੀ ਰੈਪਿਡ ਸਪੋਰਟ ਫੋਰਸਿਸ ਰਾਜਧਾਨੀ ਖਾਰਟੂਮ ਦੇ ਮੁਖੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਸੇ ਹੋਏ ਵਿਦੇਸ਼ੀ ਨਾਗਰਿਕਾਂ ਦੇ ਵਿੱਚ ਲਗਭਗ 3000 ਭਾਰਤੀ ਸ਼ਾਮਲ ਨੇ। ਇਸ ਦੇ ਨਾਲ ਹੀ ਕੇਰਲ ਦੇ ਰਹਿਣ ਵਾਲੇ 48 ਸਾਲਾ ਅਲਬਰਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। 1 ਅਪ੍ਰੈਲ ਨੂੰ ਕਾਲਜ ਸਟਰੀਟ ਵੈਸਟ ਤੇ ਕਲਿੰਗਟਨ ਸਟਰੀਟ ਏਰੀਆ ਵਿੱਚ ਜਿਨਸੀ ਹਮਲੇ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 3 ਅਪ੍ਰੈਲ ਨੂੰ ਪੁਲਿਸ ਨੂੰ ਜਿਨਸੀ ਹਮਲੇ ਦੀ ਖਬਰ ਮਿਲੀ। ਇਹ ਹਮਲਾ 2 ਦਿਨ ਪਹਿਲਾਂ ਹੋਇਆ ਸੀ। 92 ਸਾਲਾ ਮਹਿਲਾ ਆਪਣੇ ਘਰ ਵਿੱਚ ਸੀ ਜਦੋਂ ਇੱਕ ਵਿਅਕਤੀ ਉਸਦੇ ਘਰ 'ਚ ਦਾਖਲ ਹੋਇਆ, ਪਰ ਅੰਦਰ ਦਾਖਲ ਹੋ ਕੇ ਉਸ ਵਿਅਕਤੀ ਨੇ ਮਹਿਲਾ ਉੱਤੇ ਜਿਨਸੀ ਹਮਲਾ ਕੀਤਾ ਤੇ ਉੱਥੋਂ ਫਰਾਰ ਹੋ ਗਿਆ। 13 ਅਪ੍ਰੈਲ ਨੂੰ ਟੋਰਾਂਟੋ ਦੇ 58 ਸਾਲਾ ਕੈਲਵਿਨ ਚੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਘਰ ਵਿੱਚ ਦਾਖਲ ਹੋਣ ਤੇ ਜਿਨਸੀ ਹਮਲਾ ਕਰਨ ਦੇ ਚਾਰजेस ਲਗਾਏ ਗਏ। ਪੁਲਿਸ ਨੂੰ ਡਰ ਹੈ ਕਿ ਚੈਨ ਦਾ ਸ਼ਿਕਾਰ ਕਈ ਹੋਰ ਮਹਿਲਾਵਾਂ ਵੀ ਹੋ ਚੁੱਕੀਆਂ ਨੇ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਦੇ ਵੱਲੋਂ ਧਰਨੇ ਲਾਉਣ ਵਾਲੀਆਂ ਥਾਵਾਂ ਨੂੰ ਸੋਮਵਾਰ ਤੋਂ ਬਦਲਿਆ ਜਾ ਰਿਹਾ ਹੈ ਤੇ ਇਹ ਧਰਨੇ ਹੁਣ ਬੰਦਰਗਾਹਾਂ ਦੇ ਨੇੜੇ ਲਾਏ ਜਾਣਗੇ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਸਹੀ ਢੰਗ ਦੇ ਨਾਲ ਗੱਲ ਨਾ ਕਰਨ ਦੇ ਦੋਸ਼ ਲਾਏ ਜਾ ਰਹੇ ਨੇ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਕ੍ਰਿਸ ਨੇ ਐਤਵਾਰ ਨੂੰ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਦੇਸ਼ ਭਰ 'ਚ ਅਜਿਹੀਆਂ ਥਾਵਾਂ ਉੱਤੇ ਧਰਨੇ ਲਾਉਣ ਬਾਰੇ ਸੋਚ ਰਹੇ ਹਾਂ ਜਿੱਥੇ ਸਰਕਾਰ ਉੱਤੇ ਸਿੱਧਾ ਅਸਰ ਪਏਗਾ। ਉਹਨਾਂ ਨੇ ਆਖਿਆ ਕਿ ਇਸ ਦੇ ਨਾਲ ਕੈਨੇਡੀਅਨਸ ਤੇ ਕੈਨੇਡੀਅਨ ਅਰਥਚਾਰੇ ਉੱਤੇ ਵੱਡਾ ਅਸਰ ਪਏਗਾ ਕਿਉਂਕਿ ਇਸ ਦੇ ਨਾਲ ਇੰਪੋਰਟ ਐਕਸਪੋਰਟ ਵਿੱਚ ਦੇਰੀ ਹੋਏਗੀ ਤੇ ਕੰਮਕਾਜ 'ਚ ਵਿਘਨ ਪਏਗਾ। ਅਸੀਂ ਇਸ ਸਭ ਕਾਸੇ ਵਿੱਚੋਂ ਜਿੰਨੀ ਜਲਦੀ ਹੋ ਸਕੇ ਬਾਹਰ ਆਉਣਾ ਚਾਹੁੰਦੇ ਹਾਂ। ਅਜੇ ਤੱਕ ਯੂਨੀਅਨ ਦੇ ਵੱਲੋਂ ਸਰਕਾਰੀ ਬਿਲਡਿੰਗਸ, ਹਲਕਾ ਆਫਿਸ ਤੇ ਪਾਰਲੀਮੈਂਟ ਹਿੱਲ ਵਰਗੀਆਂ ਥਾਵਾਂ ਉੱਤੇ ਧਰਨੇ ਲਾਏ ਜਾ ਰਹੇ ਨੇ। ਐਲਵਾਰਡ ਨੇ ਆਖਿਆ ਕਿ ਸਰਕਾਰ ਨੇ ਸ਼ਨੀਚਰਵਾਰ ਨੂੰ ਸੋਧਿਆ ਹੋਇਆ ਕੰਟਰੈਕਟ ਪੇਸ਼ ਕੀਤਾ ਸੀ ਤੇ ਯੂਨੀਅਨ ਨੇ ਵੀ ਉਸੇ ਦਿਨ ਆਪਣਾ ਪੱਖ ਪੇਸ਼ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਫੈਡਰਲ ਟ੍ਰੇਜ਼ਰੀ ਬੋਰਡ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਦੂਜੇ ਪਾਸੇ ਟ੍ਰੇਜ਼ਰ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਦੇ ਆਫਿਸ ਤੇ ਲਿਬਰਲ ਮੰਤਰੀ ਜਿਹੜੇ ਇਸ ਗੱਲਬਾਤ ਉੱਤੇ ਨਜ਼ਰ ਰੱਖ ਰਹੇ ਹਨ ਵੱਲੋਂ ਇਹ ਆਖਿਆ ਜਾ ਰਿਹਾ ਕਿ ਦੂਜੀ ਪੇਸ਼ਕਸ਼ ਵੀ ਸ਼ਨੀਚਰਵਾਰ ਰਾਤ ਨੂੰ 8:30 ਵਜੇ ਕੀਤੀ ਗਈ ਸੀ ਤੇ ਯੂਨੀਅਨ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਐਲਵਾਰਡ ਨੇ ਆਖਿਆ ਕਿ ਇਹ ਹੜਤਾਲ 5ਵੇਂ ਦਿਨ ਦਾਖਲ ਹੋ ਚੁੱਕੀ ਹੈ ਤੇ ਅਜੇ ਤੱਕ ਸਰਕਾਰ ਦੇ ਨਾਲ ਗੱਲਬਾਤ ਕੋਈ ਬਹੁਤੇ ਵਧੀਆ ਢੰਗ ਨਾਲ ਅੱਗੇ ਨਹੀਂ ਵਧ ਰਹੀ। ਸਰਕਾਰ ਇਸ ਮਾਮਲੇ ਨੂੰ ਹੱਲ ਕਰਨ 'ਚ ਦਿਲਚਸਪੀ ਨਹੀਂ ਦਿਖਾ ਰਹੀ। ਕਈ ਮਹੀਨੇ ਤੱਕ ਚੱਲੀ ਗੱਲਬਾਤ ਦੇ ਸਿਰੇ ਨਾ ਲੱਗਣ ਕਾਰਨ ਬੁੱਧਵਾਰ ਨੂੰ 1 ਲੱਖ ਤੋਂ ਵੱਧ ਯੂਨੀਅਨ ਮੈਂਬਰ ਹੜਤਾਲ ਤੇ ਚਲੇ ਗਏ।
24 ਅਪ੍ਰੈਲ ਤੋਂ ਹਸਪੀਟਲ ਫਾਰ ਸਿਕ ਚਿਲਡਰਨ ਵੱਲੋਂ ਗੈਰ ਕਲੀਨਿਕਲ ਤੇ ਗੈਰ ਪੇਸ਼ੈਂਟ ਏਰੀਆ 'ਚ ਮਾਸਕ ਲਾਉਣ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ। ਪਰ ਜਿਨ੍ਹਾਂ ਥਾਵਾਂ ਉੱਤੇ ਮਰੀਜ਼ ਮੌਜੂਦ ਹੋਣਗੇ ਜਿਵੇਂ ਕਿ ਲੌਬੀਜ਼ ਤੇ ਐਲੀਵੇਟਰਸ ਵਰਗੀਆਂ ਸਾਂਝੀਆਂ ਥਾਵਾਂ ਉੱਤੇ ਅਜੇ ਵੀ ਮਾਸਕ ਦੀ ਐਲੀਵੇਟਰਸ ਹੁੰਦਾ ਹੋ ਜਿਵੇਂ ਕਿ ਲੌਬੀਜ਼ ਤੇ ਐਲੀਵੇਟਰਸ ਵਰਗੀਆਂ ਸਾਂਝੀਆਂ ਥਾਵਾਂ ਉੱਤੇ ਅਜੇ ਵੀ ਮਾਸਕ ਦੀ ਲੋੜ ਹੋਏਗੀ। ਇੱਕ ਈਮੇਲ ਵਿੱਚ ਸੀਨੀਅਰ ਕਮਿਊਨੀਕੇਸ਼ਨਸ ਐਡਵਾਈਜ਼ਰ ਫਾਰ ਕਿਡਜ਼ ਸਾਰਾ ਵਾਰ ਨੇ ਆਖਿਆ ਕਿ ਟੋਰਾਂਟੋ ਰੀਜਨ ਹਸਪੀਟਲ ਆਪਰੇਸ਼ਨਸ ਟੇਬਲ ਦੀਆਂ ਸਿਫਾਰਸ਼ਾਂ ਉੱਤੇ ਅਸੀਂ ਕੈਂਪਸ ਦੇ ਕੁਝ ਖਾਸ ਇਲਾਕਿਆਂ ਵਿੱਚੋਂ ਮਾਸਕ ਵਾਲੀ ਸ਼ਰਤ ਖਤਮ ਕਰਨ ਜਾ ਰਹੇ ਹਾਂ। ਇਹ ਸਿਫਾਰਸ਼ਾਂ ਕੋਵਿਡ-19 ਫੈਲਣ ਦੇ ਖਤਰਿਆਂ 'ਚ ਆਈ ਕਮੀ ਤੇ ਰੈਸਪੀਰੇਟਰੀ ਵਾਇਰਸ ਦੇ ਇੱਕ ਵਿਅਕਤੀ ਦੇ ਦੂਜੇ ਤੱਕ ਫੈਲਣ ਦੇ ਗੈਰ ਹਾਈ ਰਿਸਕ ਪੀਰੀਅਡ ਉੱਤੇ ਆਧਾਰਿਤ ਨੇ। 24 ਅਪ੍ਰੈਲ ਤੋਂ ਸਿੱਖ ਕਿਡਜ਼ ਕੈਂਪਸ ਦੇ ਪ੍ਰਸ਼ਾਸਕੀ ਆਫਿਸ ਤੇ ਮੀਟਿੰਗ ਵਾਲੀਆਂ ਥਾਵਾਂ ਤੋਂ ਇਲਾਵਾ ਗ੍ਰੈਂਡ ਕਲੀਨਿਕਲ ਥਾਵਾਂ ਉੱਤੇ ਮਾਸਕਿੰਗ ਦੀ ਕੋਈ ਲੋੜ ਨਹੀਂ ਹੋਏਗੀ। ਇਸ ਤੋਂ ਇਲਾਵਾ ਪੀਟਰ ਸੈਂਟਰ ਫਾਰ ਰਿਸਰਚ ਐਂਡ ਲਰਨਿੰਗ 525 ਯੂਨੀਵਰਸਿਟੀ 180 ਡੰਡਸ ਤੇ ਹੋਰ ਆਫ ਸਾਈਟ ਇਵੈਂਟਸ ਉੱਤੇ ਵੀ ਮਾਸਕ ਲਗਾਉਣ ਦੀ ਲੋੜ ਨਹੀਂ ਰਹਿ ਜਾਏਗੀ। ਦੁਨੀਆ ਭਰ ਵਿੱਚ ਪ੍ਰਸਿੱਧ ਕੈਨੇਡਾ ਦੇ ਸਰੀ ਦਾ ਵਿਸਾਖੀ ਨਗਰ ਕੀਰਤਨ ਇਸ ਵਾਰ ਵੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। 3 ਸਾਲ ਬਾਅਦ ਵੱਡੇ ਪੱਧਰ ਤੇ ਕਰਵਾਏ ਗਏ ਸਿੱਖਾਂ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸੰਗਤ ਸ਼ਾਮਲ ਹੋਈ। 5 ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਸਾਰਾ ਸਰੀ ਸ਼ਹਿਰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠਿਆ। ਕਿੰਗ ਸਿਟੀ ਦੇ ਉੱਤਰ ਵੱਲ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਯਾਰਕ ਰੀਜਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚਕਾਰਾਂ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ 8 ਵਜੇ ਤੋਂ ਪਹਿਲਾਂ ਸੈਨਕਾ ਕਾਲਜ ਕਿੰਗ ਕੈਂਪਸ ਦੇ ਉੱਤਰ ਪੱਛਮ ਵਾਲੀ ਟ੍ਰੇਲ ਉੱਤੇ ਆਪਣੇ ਕੁੱਤੇ ਨੂੰ ਘੁਮਾਉਣ ਗਏ ਵਿਅਕਤੀ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਮਗਰੋਂ ਪੁਲਿਸ ਨੂੰ ਡਫਰਿਨ ਸਟਰੀਟ ਤੇ 15ਵੇਂ ਸਾਈਡ ਰੋਡ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਦੇ ਕਾਰਨ ਸ਼ੱਕੀ ਲੱਗ ਰਹੇ ਨੇ ਤੇ ਹੋਮਿਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਗਈ ਹੈ। ਅਜੇ ਤੱਕ ਮ੍ਰਿਤਕ ਵਿਅਕਤੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਮੌਤ ਦੇ ਕਾਰਨਾਂ ਦਾ ਵੀ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋਏਗਾ। ਅਫਰੀਕਾ ਦੇ ਤੀਸਰੇ ਸਭ ਤੋਂ ਵੱਡੇ ਦੇਸ਼ ਸੁਡਾਨ ਵਿੱਚ ਸੱਤਾ ਲਈ ਸੰਘਰਸ਼ ਜਾਰੀ ਹੈ। ਇਸ ਸਭ ਦੇ ਵਿਚਾਲੇ ਅਮਰੀਕੀ ਫੌਜ ਨੇ ਐਤਵਾਰ ਨੂੰ ਸੁਡਾਨ ਤੋਂ ਦੂਤ ਕਰਦੇ ਅਧਿਕਾਰੀਆਂ ਨੂੰ ਬਾਹਰ ਕੱਢਿਆ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਰਾਜਧਾਨੀ 'ਚ ਫਸੇ ਆਪਣੇ ਡਿਪਲੋਮੈਟਿਕ ਕਰਮਚਾਰੀਆਂ ਤੇ ਨਾਗਰਿਕਾਂ ਨੂੰ ਕੱਢਣ 'ਚ ਲੱਗੀ ਹੋਈ ਹੈ। ਦੂਜੇ ਪਾਸੇ ਸੁਡਾਨ ਦੀ ਰਾਜਧਾਨੀ ਖਾਰਟੂਮ ਤੋਂ ਨੀਲ ਨਦੀ ਦੇ ਨੇੜੇ ਸਥਿਤ ਸ਼ਹਿਰ ਉਮਦੁਰਮਨ ਵਿੱਚ ਲੜਾਈ ਤੇਜ਼ ਹੋ ਗਈ। ਈਦ ਉਲ ਫਿਤਰ ਤੇ 3 ਦਿਨ ਦੀ ਛੁੱਟੀ ਦੇ ਨਾਲ ਐਲਾਨੀ ਜੰਗਬੰਦੀ ਦੇ ਬਾਵਜੂਦ ਹਿੰਸਾ ਹੋਈ। ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਲੜਾਈ ਦਰਮਿਆਨ ਇੰਟਰਨੈਟ ਬੰਦ ਕਰ ਦਿੱਤਾ ਗਿਆ। 72 ਘੰਟੇ ਦੀ ਜੰਗਬੰਦੀ ਦੇ ਬਾਵਜੂਦ ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਨੇ। ਇਸ ਦੌਰਾਨ ਉੱਥੇ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ। ਸਾਊਦੀ ਅਰਬ ਨੇ ਸ਼ਨੀਵਾਰ ਦੇਰ ਰਾਤ ਸੁਡਾਨ 'ਚ ਫਸੇ 158 ਲੋਕਾਂ ਨੂੰ ਬਚਾਇਆ। ਇਨ੍ਹਾਂ 'ਚ ਕਈ ਭਾਰਤੀ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਐਤਵਾਰ ਸਵੇਰੇ ਅਮਰੀਕਾ ਨੇ ਖਾਰਤੂਮ ਸਥਿਤ ਆਪਣੇ ਦੂਤ ਕਰਦੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਮੋਦੀ ਸਰਕਾਰ ਨੇ ਘਰੇਲੂ ਯੁੱਧ ਦੀ ਲਪੇਟ ਵਿੱਚ ਆਏ ਸੁਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ। ਐਤਵਾਰ ਨੂੰ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹਵਾਈ ਸੈਨਾ ਦੇ 2C-130J ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼ INS ਸੁਮੇਧਾ ਨੂੰ ਸਟੈਂਡ ਬਾਏ ਤੇ ਰੱਖਿਆ ਗਿਆ। ਇਨ੍ਹਾਂ ਜਹਾਜ਼ਾਂ ਰਾਹੀਂ ਹਿੰਸਾ ਪ੍ਰਭਾਵਿਤ ਸੁਡਾਨ 'ਚ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ। ਆਪਣੇ ਤਾਜ਼ਾ ਬਿਆਨ 'ਚ ਮੰਤਰਾਲਾ ਨੇ ਕਿਹਾ, ਭਾਰਤ ਗੁੰਝਲਦਾਰ ਅਤੇ ਉੱਭਰਦੀ ਸੁਰੱਖਿਆ ਸਥਿਤੀ ਦੇ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਵੀ ਤਾਲਮੇਲ ਕਰ ਰਿਹਾ ਹੈ। ਭਾਰਤੀ ਹਵਾਈ ਸੈਨਾ ਦੇ 2 ਜਹਾਜ਼ ਇਸ ਸਮੇਂ ਜਿਦਾਹ ਵਿੱਚ ਸਟੈਂਡ ਬਾਏ ਤੇ ਖੜੇ ਨੇ। ਇਸ ਤੋਂ ਇਲਾਵਾ INS ਸੁਮੇਧ ਵੀ ਸੁਡਾਨ ਦੀ ਬੰਦਰਗਾਹ ਤੇ ਪਹੁੰਚ ਗਿਆ ਹੈ। ਬਾਕੀ ਦੇਸ਼ ਵੀ ਆਪਣੇ ਨਾਗਰਿਕਾਂ ਤੇ ਡਿਪਲੋਮੈਟਸ ਨੂੰ ਕੱਢਣ ਦੇ ਲਈ ਸੰਘਰਸ਼ ਕਰ ਰਹੇ ਨੇ। ਫਰਾਂਸ, ਗ੍ਰੀਸ ਅਤੇ ਹੋਰ ਯੂਰੋਪੀਅਨ ਦੇਸ਼ਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਸਹਿਯੋਗੀ ਦੇਸ਼ਾਂ ਦੇ ਕੁਝ ਨਾਗਰਿਕਾਂ ਦੇ ਨਾਲ-ਨਾਲ ਦੂਤਵਾਸ ਦੇ ਕਰਮਚਾਰੀਆਂ ਅਤੇ ਨਾਗਰਿਕ ਨਿਕਾਸੀ ਕਾਰਜ ਸ਼ੁਰੂ ਕਰ ਰਹੇ ਨੇ। ਫਰਾਂਸ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਐਨੀ ਨੇ ਕਿਹਾ ਕਿ ਫਰਾਂਸ ਯੂਰੋਪੀ ਭਾਈਵਾਲਾਂ ਦੀ ਮਦਦ ਦੇ ਨਾਲ ਇਹ ਕਾਰਵਾਈ ਕਰ ਰਿਹਾ। ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਨੇ ਕਿਹਾ ਕਿ ਦੇਸ਼ ਦੇ ਖਾਰਟੂਮ ਤੋਂ 120 ਯੂਨਾਨੀ ਅਤੇ ਸਾਈਪਰਸ ਦੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਲਈ ਹਵਾਈ ਜਹਾਜ਼ ਅਤੇ ਵਿਸ਼ੇਸ਼ ਬਲ ਮਿਸਰ ਭੇਜੇ ਨੇ। ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਖਾਰਟੂਮ ਦੇ ਇੱਕ ਚਰਚ ਵਿੱਚ ਸ਼ਰਨ ਲਈ ਸੀ। ਨੀਦਰਲੈਂਡ ਨੇ ਵੀ ਜਾਰਡਨ ਨੂੰ 2 ਜਹਾਜ਼ ਭੇਜੇ ਨੇ। ਇਟਲੀ ਨੇ ਸੁਡਾਨ ਤੋਂ ਆਪਣੇ 140 ਨਾਗਰਿਕਾਂ ਨੂੰ ਕੱਢਣ ਦੇ ਲਈ ਆਪਣਾ ਫੌਜੀ ਜਹਾਜ਼ ਜਿਬੂਤੀ ਭੇਜਿਆ ਹੈ। ਏਲੀਅਨਸ ਬਾਰੇ ਬਹਿਸ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਏਲੀਅਨ ਨਹੀਂ ਹੁੰਦੇ, ਪਰ ਕਈ ਲੋਕ ਮੰਨਦੇ ਨੇ ਕਿ ਹੁੰਦੇ ਨੇ।
ਕਈ ਲੋਕਾਂ ਨੇ ਏਲੀਅਨ ਅਤੇ UFO ਦੇਖਣ ਦੇ ਦਾਅਵੇ ਕੀਤੇ ਨੇ। ਅਜਿਹਾ ਦਾਅਵਾ ਕਰਨ ਵਾਲੇ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓਜ਼ ਵੀ ਪੋਸਟ ਕੀਤੀਆਂ, ਹਾਲਾਂਕਿ ਇਹਨਾਂ ਦੀ ਪੁਸ਼ਟੀ ਨਹੀਂ ਹੋਈ। ਹੁਣ ਇੱਕ ਪਿੰਡ ਏਲੀਅਨ ਕਾਰਨ ਚਰਚਾ 'ਚ ਹੈ। ਦਰਅਸਲ ਹਾਲ ਹੀ ਵਿੱਚ ਬੋਲਵੀਆ ਦੇ ਇੱਕ ਛੋਟੇ ਜਿਹੇ ਪਿੰਡ ਦੀ ਏਲੀਅਨ ਬੱਚੇ ਦੀ ਲਾਸ਼ ਮਿਲੀ ਹੈ ਉੱਥੇ। ਹਾਲਾਂਕਿ ਇਹ ਲਾਸ਼ ਥੋੜੇ ਸਮੇਂ 'ਚ ਹੀ ਗਾਇਬ ਆਪਣੇ ਆਪ ਹੋ ਗਈ, ਪਰ ਸਥਾਨਕ ਲੋਕਾਂ ਨੇ ਇਸ ਦੀ ਤਸਵੀਰ ਖਿੱਚ ਲਈ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਏਲੀਅਨ ਦੀ ਲਾਸ਼ ਮਿਲਣ ਦੀ ਖਬਰ ਕਾਰਨ ਇਹ ਛੋਟਾ ਜਿਹਾ ਪਿੰਡ ਰਾਤੋਂ-ਰਾਤ ਚਰਚਾ 'ਚ ਆ ਗਿਆ। ਇਹ ਪਿੰਡ ਦੱਖਣੀ ਅਮਰੀਕਾ 'ਚ ਹੈ। ਇਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਸਥਾਨਕ ਲੋਕਾਂ ਨੇ ਇਸ ਏਲੀਅਨ ਦੀ ਲਾਸ਼ ਦੇਖੀ ਹੈ। ਇਹ ਲਾਸ਼ ਇੱਕ ਨਾਲੇ 'ਚੋਂ ਮਿਲੀ ਸੀ, ਪਰ ਅਚਾਨਕ ਸਭ ਦੇ ਸਾਹਮਣੇ ਗਾਇਬ ਹੋ ਗਈ। ਸਬੂਤ ਵਜੋਂ ਸਿਰਫ ਉਸ ਦੀ ਲਾਸ਼ ਦੀ ਲੋਕਾਂ ਵੱਲੋਂ ਖਿੱਚੀ ਗਈ ਫੋਟੋ ਹੈ। ਇਸ ਤੋਂ ਬਾਅਦ ਏਲੀਅਨ ਦੀ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਅਤੇ ਵਾਇਰਲ ਹੋਈ। ਹਾਲਾਂਕਿ ਇਸ ਦਾਅਵੇ 'ਚ ਕਿੰਨੀ ਸੱਚਾਈ ਹੈ, ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ। ਸਥਾਨਕ ਲੋਕਾਂ ਦੇ ਮੁਤਾਬਕ ਇਹ ਏਲੀਅਨ ਨੀਲੇ ਰੰਗ ਦਾ ਸੀ, ਬਹੁਤ ਛੋਟਾ ਸੀ। ਉਹਨਾਂ ਦੇ ਅਨੁਸਾਰ ਜਿਸ ਦਿਨ ਲਾਸ਼ ਮਿਲੀ ਉਸ ਦਿਨ 2 ਦਿਨ ਪਹਿਲਾਂ ਲੋਕਾਂ ਨੂੰ ਆਸਮਾਨ 'ਚ ਹਰਾ ਰੰਗ ਨਜ਼ਰ ਆਇਆ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹ ਫਲਾਈਟ UFO ਦੀ ਸੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਹਨੇਰੇ 'ਚ ਕਈ ਛੋਟੇ-ਛੋਟੇ ਬੱਚਿਆਂ ਵਰਗੇ ਜੀਵ ਜੰਤੂ ਵੇਖੇ, ਪਰ ਉਹਨਾਂ ਨੇ ਕਦੇ ਨਹੀਂ ਸੋਚਿਆ ਸੀਗਾ ਕਿ ਇਹ ਏਲੀਅਨ ਹੋ ਸਕਦੇ। ਹਾਲਾਂਕਿ ਇਸ ਸੱਚਾਈ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।